ओम शांति सत श्री अकाल। एक ओंकार एक परमात्मा ਦੇ कार्यक्रम ਵਿੱਚ ਅੱਜ ਫਿਰ ਅਸੀਂ ਆਪ ਜੀ ਨੂੰ ਮਿਲ ਰਹੇ ਹਾਂ। ਜਪਜੀ ਸਾਹਿਬ ਦੇ ਪਵਿੱਤਰ ਬਾਣੀ ਨੂੰ ਸਮਝ ਰਹੇ ਹਾਂ, ਵਿਚਾਰ ਕਰ ਰਹੇ ਹਾਂ, ਉਸ ਨੂੰ ਜੀ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਰੱਬੀ ਗਿਆਨ ਦੀ ਗਹਿਰਾਈ ਵਿੱਚ ਚੱਲ ਰਹੇ ਹਾਂ, ਪੰਚ ਨੂੰ ਸਮਝ ਰਹੇ, ਸਾਧ ਨੂੰ ਸਮਝ ਰਹੇ, ਬ੍ਰਹਮ ਗਿਆਨੀਆਂ ਦੀ ਗੱਲ, ਵੱਡੀ ਵੱਡੀ ਗੱਲਾਂ ਅਸੀਂ ਕਰ ਰਹੇ ਹਾਂ। ਅਤੇ ਪਿਛਲੀ ਪੌੜੀ ਅਸੀਂ ਪੌੜੀ 34 ਕੰਪਲੀਟ ਕਰ ਬੈਠੇ ਹਾਂ ਅਤੇ ਅਸੀਂ ਹੁਣ ਪੌੜੀ 35 ਤੱਕ ਪਹੁੰਚ ਗਏ ਹਾਂ ਅਤੇ ਖੰਡ ਦੀ ਗੱਲ ਹੋ ਰਹੀ ਹੈ। ਪਿਛਲੀ ਵਾਰੀ ਅਸੀਂ ਧਰਮ ਖੰਡ ਦਾ ਸ਼ੁਰੂ ਕੀਤਾ ਹੈ ਕਿ ਕਿਵੇਂ ਧਰਤੀ ਵਿੱਚ ਅਕਾਲ ਪੁਰਖ ਨੇ ਵਕਤ ਦੇ ਵਿੱਚ 33 ਵਾਰਾਂ ਦੇ ਵਿੱਚ ਧਰਤੀ ਧਰਮਸਾਲ ਰੱਖਿਆ ਅਤੇ ਸਾਨੂੰ ਜੀਵ ਪਾਇਆ ਉਸ ਦੇ ਵਿੱਚ। ਅਤੇ ਉੱਥੇ ਸਾਡੀ ਕਰਮੀ ਹੋਵੇ ਵਿਚਾਰ, ਉਹਦੇ ਵਿੱਚ ਸਾਡੀ ਵਿਚਾਰ ਹੁੰਦੀ ਹੈ ਕੀ ਅਸੀਂ ਕਰ ਰਹੇ ਹਾਂ। ਅਤੇ ਸੱਚਾ ਆਪ ਸੱਚਾ ਦਰਬਾਰ, ਉਸੀ ਦਰਬਾਰ ਵਿੱਚ ਜਦੋਂ ਅਸੀਂ ਆਉਂਦੇ ਹਾਂ ਫਿਰ ਕੁਛ ਨਹੀਂ ਛਿਪਦਾ ਉਹਦੇ 'ਤੇ ਅੱਖ ਤੋਂ, ਉਹਦੀ ਨਜ਼ਰ ਤੋਂ ਉਸੀ ਦਰਬਾਰ ਵਿੱਚ ਕੁਛ ਨਹੀਂ ਛਿਪ ਸਕਦਾ। ਅਤੇ ਕੱਚ ਪੱਕਾਈ ਉੱਥੇ ਪਾਏ, ਮਤਲਬ ਉੱਥੇ ਪਹਿਚਾਣ ਹੁੰਦੀ ਹੈ ਕੌਣ ਕੱਚਾ ਹੈ ਕੌਣ ਪੱਕਾ ਹੈ, ਕੀ ਅਸੀਂ ਚੰਗਾ ਕੀਤਾ ਹੈ ਕੀ ਅਸੀਂ ਭੈੜਾ ਕੀਤਾ, ਉਸ ਦੀ ਦਰਬਾਰ ਵਿੱਚ ਸਾਰਾ ਨਜ਼ਰ ਆ ਜਾਏਗਾ। ਅਤੇ ਫਿਰ ਉਹਨਾਂ ਜਿਹੜੇ ਪੰਚ ਨੇ ਉਹਨਾਂ ਦੇ ਨਿਸ਼ਾਨ, ਉਹਨਾਂ ਦੇ ਚਿਹਰੇ ਦੇ ਨੂਰ ਤੋਂ ਹੀ ਪਤਾ ਚੱਲਦਾ ਕਿ ਇਹ ਪੰਚ ਨੇ। ਅਤੇ ਉਹਨਾਂ ਦੇ ਮਤਲਬ ਕਿ ਸੱਚਿਆਰਾ ਦਾ ਰਾਹ ਅਪਣਾਇਆ ਤਾਂ। ਅਤੇ ਹੁਣ ਆਪਾਂ ਅੱਗਾ ਚੱਲਾਂਗੇ। ਅੱਜ ਅਸੀਂ ਗਿਆਨ ਖੰਡ ਦੀ ਸ਼ੁਰੂ ਕਰਾਂਗੇ ਅਤੇ ਪਹਿਲਾਂ ਧਰਮ ਖੰਡ ਅਤੇ ਹੁਣ ਗਿਆਨ ਖੰਡ। ਰਲ ਕੇ ਪੜ੍ਹੀਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। The realm of righteous living Dharam Khand is as described above. The central idea is one reaps as one sows. तो ਧਰਮਸਾਲ ਦੇ ਵਿੱਚ ਤੇ ਉਹੀਓ ਗੱਲ ਹੈ, ਜੈਸੇ ਕਰਮੀ ਆਪੇ, ਮਤਲਬ ਜੈਸੇ ਤੁਸੀਂ ਕੀਤਾ ਉਹੀਓ, ਜੈਸੇ ਬੀਜ ਆਪੇ ਹੀ ਖਾਓ। ਜਿਹੜੀ ਅਸੀਂ ਗੱਲ ਕੀਤੀ ਕੱਚ ਪਕਾਏ ਉੱਥੇ ਪਾਏ, ਮਤਲਬ ਉੱਥੇ ਹੀ ਸਮਝ ਵਿੱਚ ਆਏਗਾ ਕੌਣ ਕੀ ਅੱਛਾ ਕੀਤਾ ਕੀ ਬੁਰਾ ਕੀਤਾ। ਉਹ ਧਰਮਸਾਲ ਦੇ ਖੰਡ ਵਿੱਚ ਕਰਮੀ ਹੋਏ ਵਿਚਾਰ, ਉਹ ਵਿਚਾਰ ਹੋਏਗੀ ਨਾ। ਅਤੇ ਇਹ ਧਰਮਸਾਲ ਦੀ ਗੱਲ ਹੈ, ਧਰਮ ਖੰਡ ਦੀ ਗੱਲ ਹੈ। ਅਤੇ ਇਹ ਜਿਹੜੇ ਧਰਮ ਖੰਡ ਕਾ ਇਹੋ ਧਰਮ, ਮਤਲਬ ਜੋ ਗੁਰੂ ਨੇ ਦੱਸਿਆ ਰਾਈਚਸ ਲਿਵਿੰਗ ਦਾ, ਇਹ ਵੇ ਜਿਹੜਾ ਅਸੀਂ ਆਪਣੇ ਕਰਮ ਦੇ ਨਾਲ ਸਮਝਦੇ ਹਾਂ। ਪਰ ਹੁਣ ਗਿਆਨ ਖੰਡ ਕਾ ਆਖੋ ਸਰਮ, ਅੱਗੋਂ ਗੁਰੂ ਜੀ ਮਤਲਬ ਇਸ ਪੌੜੀ ਵਿੱਚ ਅੱਗੋਂ ਜਾ ਕੇ ਗਿਆਨ ਖੰਡ ਦਾ ਵਿਚਾਰ ਆਪਾਂ ਕਰਾਂਗੇ। ਐਂਡ ਨਾਓ ਇਨ ਦ ਲਾਈਨਸ ਬਿਲੋ ਇਜ਼ ਦ ਅੰਡਰਸਟੈਂਡਿੰਗ ਆਫ ਦ ਰੀਅਲਮ ਆਫ ਨੌਲੇਜ ਸਪਿਰਿਚੁਅਲ ਵਿਜ਼ਡਮ। ਗਿਆਨ ਖੰਡ ਇਹ ਇੱਕ ਕਦਮ ਗਹਿਰਾਈ ਵਿੱਚ ਹੈ ਧਰਮ ਖੰਡ ਤੋਂ। ਆਓ ਰਲ ਮਿਲ ਕੇ ਇਸ ਗਿਆਨ ਖੰਡ ਨੂੰ ਹੁਣ ਸਮਝਾਂਗੇ। केते पवन पानी वै संतर, केते कान महेश, केते बरमे काढ़त कड़िए, रूप रंग के वेश। केतियाँ करम भूमि मेर केते, केते तू उपदेश, केते इंद चंद सूर केते, केते मंडल देश। केते सिद्ध बुद्ध नाथ केते, केते देवी वेश। केते देव दानव मुन कीते, केते रतन समुंद। केतियाँ खानी केतियाँ बाणी, केते पात नरिंद। केतिया सुरती सेवक केते, नानक अंत न अंत। ਇਹ ਪੂਰਾ 35 ਪੌੜੀ ਹੈ ਜਿਹੜਾ ਕਿ ਗਿਆਨ ਖੰਡ ਦਾ ਗੱਲ ਹੈ। ਅਤੇ ਹੁਣ ਅਸੀਂ ਇੱਕ ਦੋ ਲਾਈਨ ਕਰਕੇ ਇਸ ਨੂੰ ਸਮਝਾਂਗੇ। ਪਹਿਲੇ 2 ਲਾਈਨਾਂ ਵਿੱਚ केते पवन पानी वसंतर, केते कान महेश। In this creation there are numerous airs, waters, fires, and many prophets like Krishna and Mahesh. ਹੁਣ ਅਸੀਂ ਇੱਥੇ ਗਿਆਨ ਖੰਡ ਦੀ, ਵਿਜ਼ਡਮ ਦੀ, ਸਪਿਰਿਚੁਅਲ ਨੌਲੇਜ ਦੀ ਗੱਲ ਕਰ ਰਹੇ ਅਤੇ ਗੁਰੂ ਫਿਰ ਉਹ ਜੇ ਮਹਾਨ ਅਵਸਥਾ ਦੀ ਗੱਲ ਦੀ ਨਾਮ ਲੈ ਰਹੇ ਨੇ, ਜਿਸ ਤਰ੍ਹਾਂ ਕਿ ਕਾਨ ਅਤੇ ਮਹੇਸ਼। ਕਾਨ ਨੂੰ ਅਸੀਂ ਕ੍ਰਿਸ਼ਨਾ ਕਹਿੰਦੇ ਨੇ ਅਤੇ ਮਹੇਸ਼
ਬਹੁਤ ਹੀ ਸ਼ੰਕਰ ਮਹੇਸ਼ ਇਹਨਾਂ ਦੇ ਨਾਂ ਦਿੱਤੇ ਗਏ ਨੇ, ਪਰ ਹੈ ਇਹ ਬ੍ਰਾਹਮਣਸ ਨਹੀਂ। ਬ੍ਰਾਹਮਣ ਸੰਗਮ ਯੁੱਗ ਵਿੱਚ ਜੋ ਗੁਰੂ ਦੀ ਗੱਲ ਨੂੰ ਸਮਝ ਰਹੇ ਨੇ, ਉਹਦੀ ਗੱਲ ਹੋ ਰਹੀ ਹੈ। ਕੇਤੇ ਪਵਨ ਪਾਣੀ ਬੈਸੰਤਰ, ਇਸ ਪਵਨ ਹਵਾ ਦੇ ਵਿੱਚ, ਇਸ ਪਾਣੀ ਦੇ ਵਿੱਚ, ਇਸ ਵੈਸੰਤਰ ਦੇ ਵਿੱਚ ਮਤਲਬ ਹਵਾ, ਪਾਣੀ ਅਤੇ ਅੱਗ ਦੇ ਵਿੱਚ ਜਿਹੜਾ ਧਰਤੀ ਅਕਾਲ ਪੁਰਖ ਨੇ ਰਚਿਆ, ਉਸ ਦੇ ਵਿੱਚ ਹੁਣ ਸੱਚੇ ਮਤਲਬ ਸੂਰਮੇਵਾਨ ਜਿਹੜੇ ਕਿ ਆਤਮਿਕ ਤੌਰ 'ਤੇ ਗਿਆਨੀ ਨੇ, ਸਪਿਰਿਚੁਅਲ ਨੌਲੇਜ ਗਿਆਨਵਾਨ ਵਾਲੇ ਨੇ, ਉੱਥੇ ਗੁਰੂ ਨੇ ਨਾਂ ਲਿਆ ਕਾਣ ਅਤੇ ਮਹੇਸ਼ ਦੇ। ਕਿਤੇ ਬਰਮੇ, ਇੱਥੇ ਬਰਮਾ ਦਾ ਵੀ, ਇੱਥੇ ਬਰਮੇ ਜਿਹੜੇ ਨੇ ਇਹ ਮਤਲਬ ਕਿ ਦੇ ਆਰ ਮੈਨੀ ਬ੍ਰਹਮਸ ਲੈਂਡਸ ਕ੍ਰੀਏਟਿੰਗ ਅ ਵੈਰਾਇਟੀ ਆਫ ਵਰਲਡਸ ਅਡੋਨਡ ਵਿਥ ਬਿਊਟੀਜ਼ ਆਫ ਵੇਰੀਅਸ ਫਾਰਮਸ ਐਂਡ ਕਲਰਸ। ਧਰਤੀ ਦਾ ਫਿਰ ਜ਼ਿਕਰ ਕਰ ਰਹੇ ਨੇ ਕਿ ਇੰਨਾ ਧਰਤੀ ਬਣਿਆ ਜਿਹੜਾ ਕਿ ਇੰਨਾ ਖੂਬਸੂਰਤ ਹੈ, ਇੰਨੀ ਬਿਊਟੀਫੁੱਲ ਹੈ, ਅਤੇ ਕਿੰਨਾ ਉਹਦੇ ਵਿੱਚ ਫਾਰਮਸ ਨੇ ਅਤੇ ਇੰਨੇ ਰੰਗ ਨੇ, ਅਤੇ ਕਿਤੇ ਉਹਨਾਂ ਨੇ ਮਤਲਬ ਘਾੜਤ ਘੜੀ ਹੈ, ਉਹਨਾਂ ਨੇ ਘੜੀ ਹੈ ਇਹ ਸਾਰਾ ਕੁਛ, ਅਤੇ ਰੂਪ ਰੰਗ ਕੇ ਅਨੇਕ ਵੇਸ ਨੇ ਉਸਨੂੰ, ਉਸ ਦੇ ਵਿੱਚ ਇਹ ਸਪਿਰਿਚੁਅਲ ਨੌਲੇਜੇਬਲ ਸੋਲਸ ਵੀ ਹੈਗਾ ਨੇ। ਇਹੋ ਧਰਮ ਖੰਡ ਦੇ ਵਿੱਚ ਹੀ ਇਹ ਗਿਆਨ ਖੰਡ ਹੀ ਹੈ, ਧਰਮ ਖੰਡ ਦੇ ਵਿੱਚ ਹੀ ਗਿਆਨ ਖੰਡ ਹੈਗਾ। ਜਿਵੇਂ ਅਸੀਂ ਗੱਲ ਕਰਨੇ ਹਾਂ ਕਿ ਚਿੱਕੜ ਦੇ ਵਿੱਚ ਕਮਲ ਮੇ ਅਲੇਪ, ਜੈਸੇ ਜਲ ਮੇ ਕਮਲ ਅਲੇਪ, ਮਤਲਬ ਕਿ ਕਿਚੜ ਦੇ ਵਿੱਚ ਕੋਈ ਕਮਲ ਪੁਸ਼ਪ ਬਣ ਜਾਂਦਾ। ਇਸ ਤਰ੍ਹਾਂ ਹੀ ਧਰਮ ਖੰਡ ਵਿੱਚ ਰਹਿੰਦਿਆਂ ਕਈ ਵਿੱਚੋਂ ਉਹ ਗਿਆਨ ਖੰਡ ਦੀ ਅਵਸਥਾ ਹੋ ਜਾਂਦੀ ਉਹਨਾਂ ਦੇ। ਚਲੋ ਅੱਗਾ ਅਸੀਂ ਪੜ੍ਹਾਂਗੇ, ਸਮਝਾਂਗੇ ਇਸ ਬਾਣੀ ਨੂੰ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼। ਰਲ ਮਿਲ ਕੇ ਇੰਗਲਿਸ਼ ਟ੍ਰਾਂਸਲੇਸ਼ਨ ਵੀ ਦੇਖਾਂਗੇ। This creation has numerous lands and mountains for working out accounts of actions and karmas. Many like Dhruv Bhagat, blessed beings with their understandings and explanations, countless Indras, sun gods, representing the moons, the suns, the universes and countries, numerous scholars, yogic practitioners and forms of goddesses, the various deities. ਮਤਲਬ ਇਸ ਧਰਤੀ ਦੇ ਵਿੱਚ, ਇਸ ਖੰਡ ਦੇ ਵਿੱਚ ਕੇਤੀਆਂ ਨੇ ਜਿਹੜੇ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ, ਇੱਥੇ ਵਿੱਚ ਇਸ ਕਰਮ ਖੰਡ ਦੇ ਵਿੱਚ ਕਿੰਨੇ ਨੇ ਜਿਹੜੇ ਕਿ ਧਰਤੀ ਹੈ, ਭੂਮੀ ਹੈ, ਮਾਊਂਟੇਨਸ ਹੈ, ਲੈਂਡਸ ਹੈ, ਜਿਹੜਾ ਇਸ ਖਾਤੇ ਕਰਮ, ਇਸ ਕਰਮ ਭੂਮੀ, ਇੱਥੇ ਅਸੀਂ ਆਪਣਾ ਕਰਮ ਕਰ ਰਹੇ ਹਾਂ। ਅਤੇ ਇਹਦੇ ਵਿੱਚ ਵੀ ਬੜੇ ਇਹੋ ਜਿਹੇ ਲੋਕ ਨੇ ਜਿਹੜੇ ਧਰੂਵ ਭਗਤ ਵਰਗਾ ਨੇ, ਜਿਹੜੇ ਬਲੈਸਡ ਨੇ, ਜਿਹੜੇ ਆਪਣੇ ਉਪਦੇਸ਼ ਅਤੇ ਆਪਣੇ ਅੰਡਰਸਟੈਂਡਿੰਗਸ ਅਤੇ ਐਕਸਪਲੇਨੇਸ਼ਨਸ ਦੇ ਨਾਲ ਰੱਬ ਨੂੰ ਸਮਝ ਲਿਆ। ਇੱਥੇ ਗੁਰੂ ਜੀ ਧਰੂਵ ਭਗਤ ਵਰਗਾ ਸਾਨੂੰ ਕਹਿ ਰਹੇ ਨੇ ਬਣਨ ਵਾਸਤੇ। ਉਹ ਜੋ ਧਰੂਵ ਸੀ ਉਹ ਮਤਲਬ ਕਿ ਆਪਣੇ ਪਿਓ ਨਾਲੋਂ ਰੱਬ ਨੂੰ ਪਿਆਰ ਕਰਦਾ ਸੀ। ਇੱਥੇ ਗੁਰੂ ਜੀ ਕਹਿੰਦੇ ਨੇ ਅਸੀਂ ਵੀ, ਉਹ ਕਹਾਣੀ ਹੈ, ਮਾਈਥੋਲੋਜੀ ਹੈਗਾ, ਪਰ ਇੱਥੇ ਅਸੀਂ ਧਰੂਵ ਬਣਨਾ, ਅਸੀਂ ਰੱਬ ਨੂੰ ਆਪਣੇ ਮਾਂ ਪਿਓ ਨਾਲੋਂ ਜ਼ਿਆਦਾ ਪਿਆਰ ਕਰਨਾ। ਕਿਉਂ? ਕਿਉਂਕਿ ਰੱਬ ਨੂੰ ਪਿਆਰ ਕਰਨ ਦੇ ਨਾਲ ਸਾਡੇ ਵਿੱਚ ਸ਼ਕਤੀ ਹੋਏਗੀ ਮਾਂ ਪਿਓ ਨੂੰ ਪਿਆਰ ਕਰਨ ਦੀ। ਨਹੀਂ ਤਾਂ ਅਸੀਂ ਮੋਹ ਵਿੱਚ ਫਸ ਜਾਵਾਂਗੇ ਅਤੇ ਐਕਸਪੈਕਟੇਸ਼ਨਸ ਵੱਧ ਜਾਣਗੇ। ਅਤੇ ਜੇ ਆਪਾਂ ਅਕਾਲ ਪੁਰਖ ਨੂੰ ਪਿਆਰ ਕਰਾਂਗੇ, ਤੂੰ ਹੀ ਮਨ ਦੇ ਵਿੱਚ ਰੱਖਾਂਗੇ, ਫਿਰ ਅਸੀਂ ਉਸ ਦੇ ਉਪਦੇਸ਼ ਨੂੰ ਮੰਨਦਿਆਂ ਆਪਣੀ ਜ਼ਿੰਦਗੀ ਸਫਲ ਕਰ ਸਕਦੇ ਹਾਂ। ਇੱਥੇ ਕੋਈ ਆਪਣੀ ਜ਼ਿੰਦਗੀ ਤੋਂ ਬਾਹਰ ਦੀ ਗੱਲ ਨਹੀਂ ਹੋ ਰਹੀ ਹੈ, ਆਪਣੀ ਜ਼ਿੰਦਗੀ ਵਿੱਚ ਹੀ ਹੈ ਇਹ ਗਿਆਨ ਖੰਡ। ਮਤਲਬ ਕਿ ਧਰਮ ਖੰਡ, ਗਿਆਨ ਖੰਡ ਸਾਡੀ ਇੱਥੇ ਜਿਹੜੀ ਚੱਲ ਰਹੀ ਹੈ, ਕਿਵੇਂ ਅਸੀਂ ਅਕਾਲ ਪੁਰਖ ਦੇ ਹੁਕਮ ਵਿੱਚ ਰਹਿਣਾ, ਉਸ ਦੀ ਉਪਦੇਸ਼ ਮੰਨਣ ਦੀ ਗੱਲ ਹੋ ਰਹੀ ਹੈ। ਅਤੇ ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ,
Countless Indras, sun gods, representing the moons, suns, universe, and countries, numerous scholars, yogic practitioners, and forms of goddesses, the various deities. मतलब इन्ने इंद्र चंद सूर 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 लोग इंद्र चंद मतलब इन्ने आकाश ਦੇ ਵਿੱਚ ਸਿਤਾਰੇ ਨੇ ਸੂਰਜ ਨੇ ਤੇ केते मंडल देश मतलब धरती उत्ते धरती ये सारा कुछ इन्ना हैगा है ਸਾਡੇ ਫਿਰ ਉਹ ਖੰਡ ਦੀ ਗੱਲ ਕਰ ਰਹੇ ਆ ਇੱਥੇ ਹੀ ਅਸੀਂ ਕਮਾਈ ਕਰਨੀ ਹੈ ਉਹ ਗੁਰੂ ਯਾਦ ਦਿਲਾ ਰਹੇ ਕਹਿੰਦੇ ਸਿੱਧ ਬੁੱਧ ਨਾਥ ਕਹਿੰਦੇ ਦੇਵੀ ਵੇਸ ਦੇਵਤਾ ਵੀ ਇੱਥੇ ਨੇ ਬੁੱਧ ਵੀ ਇੱਥੇ ਨੇ ਸਿੱਧ ਵੀ ਇੱਥੇ ਨੇ ਨਾਥ ਵੀ ਇੱਥੇ ਮਤਲਬ ਕਿ ਇਹੋ ਧਰਤੀ ਦੇ ਵਿੱਚ ਹੈ ਸਾਰਾ ਕੁਛ ਜਿੱਥੇ ਅਸੀਂ ਰਹਿ ਰਹੇ ਹਾਂ ਅਤੇ ਇਹ ਜਿਹੜੇ ਮਹਾਨ ਆਤਮਾएं ਦੀ ਗੱਲ ਕਰ ਰਹੇ ਨੇ ਇੰਦਰ ਚੰਦ ਅਤੇ ਸੂਰ ਅਤੇ ਸਿੱਧ ਬੁੱਧ ਨਾਥ ਇਹ ਦੇਵੀ ਇਹ ਸਾਰੇ ਇੱਥੇ ਹੀ ਨੇ ਅਤੇ ਅਸੀਂ ਇਹਨਾਂ ਵਰਗਾ ਬਣਨਾ ਇੱਥੇ ਉਹ ਗੱਲ ਚੱਲ ਰਹੀ ਹੈ ਅਤੇ ਫਿਰ ਅਗਾਂਹ ਚੱਲ ਕੇ ਆਪਾਂ ਸਮਝਾਂਗੇ ਇਹ ਫਿਰ ਅਸੀਂ ਧਰਮ ਖੰਡ ਵਿੱਚ ਹੀ ਅਸੀਂ ਗਿਆਨ ਖੰਡ ਵਿੱਚ ਚਲੇ ਜਾਂਦੇ ਹਾਂ ਕੇਤੇ ਦੇਵ ਦਾਨਵ ਮੁਨ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ There are numerous deities, demons and silent sages and numerous diamonds, jewels and oceans. ਮਤਲਬ ਇੱਥੇ ਦੇਵ ਦਾਨਵ ਦੀ ਗੱਲ ਕਰ ਰਹੇ ਨੇ ਮਤਲਬ ਕਿ ਚੰਗੇ ਜਿਹੜੇ ਦੇਵਤੇ ਵਰਗੇ ਗੁਣ ਨੇ ਉਹ ਵੀ ਇੱਥੇ ਨੇ ਤੇਰੇ ਰਾਕਸ਼ਸ ਨੇ ਜਿਹੜੇ ਦਾਨਵ ਗੁਣ ਮਤਲਬ ਵਿਕਰਮ ਵਾਲੇ ਨੇ ਉਹ ਵੀ ਇੱਥੇ ਹੀ ਨੇ ਮਤਲਬ ਹਿਟਲਰ ਵਰਗਾ ਜੋ ਦੁਨੀਆ ਦੇ ਉੱਤੇ ਇਤਨਾ ਅਤਿਆਚਾਰ ਕੀਤਾ ਹੈ ਅਤੇ ਠੱਗ ਅਤੇ ਕਤਲ ਜਿਹੜੇ ਮਰਡਰਰਸ ਨੇ ਇੰਨੇ ਕੁਛ ਹੈ ਨੇ ਦੇਵ ਦਾਨਵ ਮੁਨ ਇਹ ਸਾਰਾ ਕੁਛ ਮੁਨ ਕੇਤੇ ਇੱਥੇ ਹੀ ਸਾਰੇ ਮਤਲਬ ਮਿਊਜ਼ਿਕ ਇੱਥੇ ਸਾਇਲੈਂਟ ਸੇਜਸ ਮੌਨ ਵਿੱਚ ਜਿਹੜੇ ਰਹਿਣ ਵਾਲੇ ਨੇ ਉਹ ਵੀ ਕਿੰਨੇ ਨੇ ਕੇਤੇ ਰਤਨ ਸਮੁੰਦਰ ਅਤੇ ਸਮੁੰਦਰ ਵਰਗਾ ਹੀਰੇ ਜਵਾਹਰਾਤ ਵੀ ਭਰਿਆ ਹੋਇਆ ਹੈ ਇੱਥੇ ਹੀ ਹੈ ਸਾਰਾ ਕੁਛ ਮਤਲਬ ਗੁਰੂ ਇਸ ਸੁੰਦਰਤਾ ਅਤੇ ਇਸ ਖੰਡ ਦੀ ਗੱਲ ਕਰ ਰਹੇ ਆ ਕੇਤੀਆ ਖਾਣੀ ਮਤਲਬ they are unaccountable ways of the manifestation of life, unaccountable languages, meditation techniques, scriptures, dynasties of rulers, and numerous the enlightened true servers. Oh Nanak, the list goes on and on. It is endless, as the end to this creation can never be known. It is limitless. ਉਹ ਲਾਸਟ ਪੰਕਤੀ ਵਿੱਚ ਗੁਰੂ ਜੀ ਉਹ ਫਿਰ ਕਹਿੰਦੇ ਨੇ ਨਾਨਕ ਅੰਤ ਨਾ ਅੰਤ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਕੇਤੇ ਕਿੰਨੇ ਨੇ ਜਿਹੜੇ ਸੁਰਤੀ ਵਾਲੇ ਨੇ ਜਿਹੜੇ ਸੇਵਾ ਕਰਨ ਵਾਲੇ ਨੇ ਕਿੰਨੇ ਨੇ ਅਤੇ ਵਿੱਚ ਜਿਹੜੀ ਲਾਈਨ ਕੇਤਿਆ ਖਾਣੀ ਕੇਤਿਆ ਬਾਣੀ ਮਤਲਬ ਕਿੰਨੇ ਇਹ ਮਤਲਬ ਭਾਸ਼ਾ ਨੇ ਕਿੰਨੇ ਆਪਣਾ ਕੇਤਿਆ ਪਾਤ ਨਰਿੰਦ ਮੈਡੀਟੇਸ਼ਨ ਦੇ ਟੈਕਨੀਕਸ ਨੇ ਸਕ੍ਰਿਪਚਰਸ ਨੇ ਡਾਇਨੈਸਟੀਜ਼ ਨੇ ਰੂਲਰਸ ਨੇ ਮੈਨੀਫੈਸਟੇਸ਼ਨਸ ਆਫ ਲਾਈਵਸ ਨੇ ਕਿੰਨੇ ਤਰੀਕੇ ਨਾਲ ਅਸੀਂ ਜਨਮ ਲੈਂਦੇ ਹਾਂ ਇਹ ਸਾਰਾ ਕੁਛ ਗੁਰੂ ਜ਼ਿਕਰ ਕਰ ਰਹੇ ਨੇ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਨੇ ਪਰ ਇਸ ਵੇਲੇ ਖੰਡ ਦੀ ਗੱਲ ਕਰ ਰਹੇ ਤਾਂ ਉਹ ਖੰਡ ਵਿੱਚ ਇਹ ਚੀਜ਼ਾਂ ਪਾ ਰਹੇ ਨੇ ਕਿ ਧਰਤੀ ਦੇ ਵਿੱਚ ਪਹਿਲਾਂ ਤਾਂ ਉਸਨੂੰ ਅਸੀਂ ਗਾਇਨ ਕਰਦੇ ਸਾਂ ਉਸ ਦੀ ਅਸੀਂ ਵਡਿਆਈ ਕਰ ਰਹੇ ਸਾਂ ਹੁਣ ਇਹ ਇੱਥੇ ਗੁਰੂ ਖੰਡ ਦੀ ਗੱਲ ਕਰੇ ਅਤੇ ਫਿਰ ਉਹਨਾਂ ਦੇ ਬਾਰੇ ਦੁਬਾਰਾ ਜ਼ਿਕਰ ਕਰਦੇ ਨੇ ਜਿਸ ਤਰ੍ਹਾਂ ਮੈਂ ਆਖਿਆ ਕਿ ਗੁਰਬਾਣੀ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਉਹ ਰਿਪੀਟ ਹੋਏਗਾ ਸਾਰੇ ਜਪਜੀ ਸਾਹਿਬ ਦੇ 5 ਪੌੜੀ ਅਤੇ 20 ਪੌੜੀ ਤੱਕ ਜਿਹੜੇ ਮਤਲਬ 20 ਪੌੜੀ ਦੇ ਵਿੱਚ ਧਰਮ ਦੇ ਕਰਮ ਦੀ ਡਿਟੇਲਸ ਦੱਸਿਆ ਗਿਆ ਪਰ ਮੇਨ ਜਿਹੜਾ ਸਾਰਾ 5 ਪੌੜੀ ਦੇ ਵਿੱਚ ਹੀ ਕਾਫੀ ਨਿਚੋੜ ਆ ਜਾਂਦੀ ਹੈ ਹੁਣ ਫਿਰ ਐਕਸਪੈਂਸ਼ਨ ਹੈ ਉਸ ਏਕ ਓਂਕਾਰ ਦੀ ਹੀ ਐਕਸਪੈਂਸ਼ਨ ਹੈ ਏਕ ਓਂਕਾਰ ਦੀ ਐਕਸਪੈਂਸ਼ਨ ਮੂਲ ਮੰਤਰ ਹੈ ਮੂਲ ਮੰਤਰ ਦੀ ਐਕਸਪੈਂਸ਼ਨ ਫਿਰ 5 ਪੌੜੀ ਹੈ ਫਿਰ 5 ਪੌੜੀ ਦੀ ਐਕਸਪੈਂਸ਼ਨ ਵਿੱਚ ਹੀ ਸਾਰਾ ਹੋਰ ਆਉਂਦੀ ਹੈ ਅਤੇ ਫਿਰ ਜਪਜੀ ਸਾਹਿਬ ਦੀ ਐਕਸਪੈਂਸ਼ਨ ਫਿਰ ਬਾਕੀ ਬਾਣੀ ਵਿੱਚ ਅਤੇ ਇੱਥੇ ਗੁਰੂ ਜੀ ਕਹਿੰਦੇ ਨੇ ਕਿ ਉਸ ਦੀ ਅੰਤ ਨੂੰ
ਨਾਨਕ ਅੰਤ ਨਾ ਅੰਤ। ਮੈਂ ਮਤਲਬ ਕਿ ਗੁਰੂ ਨਾਨਕ ਖੁਦ ਕਹਿ ਰਹੇ ਨੇ ਕਿ the list goes on and on, it's endless and the end to this creation can never be known, it is limitless। ਤੇ ਇਹ ਆਪਾਂ ਧਰਮ ਖੰਡ ਨੂੰ ਸਮਝਿਆ ਅਤੇ ਗਿਆਨ ਖੰਡ ਨੂੰ ਸਮਝਿਆ ਕਿ ਇਹਨਾਂ ਵਿੱਚ ਜਿਹੜੇ ਥੋੜ੍ਹੇ ਰੀਅਲਮ ਜਿਹੜੇ ਨੌਲੇਜ ਦਾ ਹੈ, ਵਿਜ਼ਡਮ ਦਾ ਹੈ, ਇਹ ਵੀ ਧਰਮ ਖੰਡ ਦੇ ਵਿੱਚ ਹੈ। ਪਰ ਕਈਆਂ ਨੇ ਬਹੁਤੋਂ ਨੇ ਕੀਤੇ, ਬਹੁਤੋਂ ਨੇ ਉਸ ਨੂੰ ਪਾਇਆ, ਬਹੁਤੋਂ ਨੇ ਉਸ ਨੂੰ ਅਮਲ ਕੀਤਾ ਅਤੇ ਇਹ ਵੀ ਘੱਟ ਨਹੀਂ ਹੈਗਾ। ਅਤੇ ਆਓ ਇਸ ਧਰਮ ਖੰਡ ਅਤੇ ਗਿਆਨ ਖੰਡ ਨੂੰ ਸਮਝਦਿਆਂ ਆਪਾਂ ਅਰਦਾਸ ਕਰੀਏ ਉਸ ਅਕਾਲ ਪੁਰਖ ਨੂੰ ਮਿਲ ਕੇ ਕਿ ਆਪਾਂ ਵੀ ਉਸ ਦੇ ਹੁਕਮ ਵਿੱਚ ਰਹੀਏ, ਉਸ ਦੀ ਰਜ਼ਾ ਵਿੱਚ ਰਹੀਏ, ਉਸ ਦੀ ਵਡਿਆਈ ਵਿੱਚ ਰਹੀਏ ਅਤੇ ਆਪਾਂ ਵੀ ਸਮਝੀਏ ਕਿ ਅਸੀਂ ਵੀ ਧਰੂ ਵਰਗਾ ਬਣਨਾ ਹੈ, ਅਸੀਂ ਵੀ ਦੇਵਤੇ ਵਰਗਾ ਬਣਨਾ ਹੈ ਇਸ ਦੁਨੀਆ ਵਿੱਚ। ਪਿਛਲੇ ਵਾਰੀ ਮੈਂ ਜ਼ਿਕਰ ਕੀਤਾ ਸੀ ਕਿ ਸਾਡਾ ਮਕਸਦ ਹੈ ਦੇਵਤਾ ਬਣਨ ਦਾ, ਲਕਸ਼ਮੀ ਨਾਰਾਇਣ ਬਣਨ ਦਾ, ਤਾਂ ਕਿ ਅਸੀਂ 21 ਜਨਮ ਸਤਯੁਗ ਵਿੱਚ ਆਈਏ, ਅੱਛੇ ਕਰਮ ਕਰਕੇ ਫਿਰ ਆਪਾਂ ਰੱਬ ਦੀ ਦਰਗਾਹ ਵਿੱਚ ਜਾਵਾਂਗੇ ਅਤੇ ਉਸ ਦੀ ਦਰਗਾਹ ਵਿੱਚ ਅਸੀਂ ਘੱਟ ਨਹੀਂ ਪਾਵਾਂਗੇ ਆਪਣੇ ਆਪ ਨੂੰ, ਅਸੀਂ ਵੱਧ ਪਾਵਾਂਗੇ ਕਿਉਂਕਿ ਅਸੀਂ ਸੱਚਿਆਰਾ ਬਣ ਰਹੇ ਹਾਂ ਅਤੇ ਉਸ ਦੀ ਦਰਗਾਹ ਵਿੱਚ ਉਹ ਕਬੂਲ ਹੁੰਦੀ ਹੈ ਅਤੇ ਰੱਬ ਨੂੰ ਪਾ ਕੇ ਅਸੀਂ ਪਿਛਲੇ ਭੈੜੇ ਕਰਮ ਨੂੰ ਵੀ ਕੱਟ ਸਕਦੇ ਹਾਂ। ਅਤੇ ਜਿਵੇਂ ਸੱਜਣ ਠੱਗ ਗੁਰੂ ਨਾਨਕ ਦੀ ਗੱਲ ਸਮਝਦਿਆਂ ਉਹਨੇ ਆਪਣਾ ਸਾਰੇ ਭੈੜੇ ਕਰਮ ਕੱਟ ਲਏ ਨੇ, ਰੱਬੀ ਪਿਆਰ ਦੇ ਵਿੱਚ ਲਵਲੀਨ ਹੋ ਗਏ ਸਨ ਅਤੇ ਆਪਾਂ ਵੀ ਉਸ 'ਤੇ ਲਵਲੀਨ ਹੋਈਏ, ਉਸ ਦੇ ਨਾਲ ਯੋਗ ਕਰੀਏ, ਉਸ ਨੂੰ ਮਿਲੀਏ ਅਤੇ ਆਪਣਾ ਫਲ ਪਾਈਏ। ਧਰਮ ਖੰਡ ਦੇ ਵਿੱਚ ਰਹਿੰਦੇ ਹੋਏ ਗਿਆਨ ਖੰਡ ਵਿੱਚ ਚਲੀਏ ਤਾਂ ਕਿ ਅਸੀਂ ਉਸ ਦੀ ਵਡਿਆਈ, ਉਸ ਦੀ ਦਰਗਾਹ ਵਿੱਚ ਆਪਾਂ ਫਲ ਪਾਵਾਂਗੇ ਅਤੇ ਆਪਾਂ ਵੀ ਉਸ ਦੇ ਰਤਨ ਸਮੁੰਦ ਵਰਗਾ ਜੋ ਆਪ ਨੇ ਦਾਤ ਦਿੱਤੀ ਹੈ ਸਾਨੂੰ, ਜਿਸ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇਸ ਬੇਹੱਦ ਦੇ ਵਿੱਚ, ਇਸ ਬੇਅੰਤ ਖੂਬਸੂਰਤ ਖੰਡ ਨੂੰ ਪਹਿਚਾਨੀਏ, ਸਮਝੀਏ ਕਿ ਅਸੀਂ ਉੱਥੋਂ ਆਏ ਹਾਂ, ਇਸ ਖੰਡ ਵਿੱਚ ਰਹਿ ਰਹੇ ਹਾਂ ਅਤੇ ਉੱਥੇ ਵਾਪਸ ਜਾਣਾ, ਉਸ ਦੀ ਦਰਗਾਹ ਉੱਥੇ ਹੈਗਾ। ਆਪ ਜੀ ਦੇ ਨਾਲ ਫਿਰ ਸ਼ੁਕਰੀਆ, ਥੈਂਕ ਯੂ। ਆਪਾਂ ਰਲ ਕੇ ਇੰਨੀ ਸੋਹਣੀ ਬਾਣੀ ਦੀ ਖੋਜ ਕੀਤੀ ਹੈ ਅਤੇ ਆਪ ਜੀ ਨੂੰ ਅਗਲੀ ਕੜੀ ਵਿੱਚ ਫਿਰ ਮਿਲਾਂਗੇ, ਅੱਗਾ ਟੁਰਾਂਗੇ, ਅੱਗੋਂ ਬਹੁਤ ਬਹੁਤ ਗਹਿਰਾਈ ਵਿੱਚ ਆਪਾਂ ਸਰਮ ਖੰਡ, ਕਰਮ ਖੰਡ ਅਤੇ ਸੱਚਖੰਡ ਨੂੰ ਸਮਝਾਂਗੇ। ਥੈਂਕ ਯੂ ਜੀ ਅਤੇ ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ।